ਧੰਨ ਵਾਹਿਗੁਰੂ ਜੀਓ। ਫਰੀਦਾ ਜੇ ਜਾਣਾ ਤਿੜ ਥੋੜੜੇ, ਸੰਮਲ ਬੁਕ ਭਰੀ। ਜੀ ਜਾਣਾ ਸ਼ਹੁ ਨੰਡੜਾ, ਤਾਂ ਥੋੜਾ ਮਾਣ ਕਰੀ। ਫਰੀਦਾ ਜੇ ਜਾਣਾ ਤਿੜ ਥੋੜੜੇ, ਸੰਮਲ ਬੁਕ ਭਰੀ। ਜੇ ਜਾਣਾ ਸ਼ਹੁ ਨੰਡੜਾ, ਤਾਂ ਥੋੜਾ ਮਾਣ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਬੜੇ ਸਤਿਕਾਰ ਨਾਲ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਪਿਛਲੇ ਦੀਵਾਨਾਂ ਤੋਂ ਆਪਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ, ਜਿਨ੍ਹਾਂ ਦੀ ਲੜੀਵਾਰ ਵਿਚਾਰ ਸਤਿਗੁਰੂ ਦੀ ਬਾਣੀ ਨੂੰ ਸਮਝਣ ਦਾ ਇਹ ਯਤਨ, ਇਹ ਕੋਸ਼ਿਸ਼ ਆਪਾਂ ਕਰ ਰਹੇ ਹਾਂ। ਜਿਸ ਪਾਵਨ ਸ਼ਲੋਕ ਦਾ ਆਪ ਜੀ ਨੇ ਹੁਣੇ ਹੀ ਪਾਠ ਸਰਵਣ ਕੀਤਾ ਹੈ, ਇਹ ਚੌਥਾ ਸ਼ਲੋਕ ਹੈ। ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਸ ਵੇਲੇ ਸਾਂਝਾ ਪੰਜਾਬ ਸੀ, ਜਿਸ ਵਕਤ ਬਾਬਾ ਸ਼ੇਖ ਫਰੀਦ ਸਾਹਿਬ ਦਾ ਸਮਾਂ ਬਹੁਤ ਪੁਰਾਣਾ, ਲਹਿੰਦੇ ਪੰਜਾਬ ਵਿੱਚ ਇੱਕ ਬਹੁਤ ਵਿਆਹ ਦੇ ਸਮੇਂ ਦੀ ਇੱਕ ਰਸਮ ਸੀ। ਉਹਨੂੰ ਕਹਿੰਦੇ ਸਨ ਤਿਲ ਵੇਤਰੇ। ਜਿਸ ਵੇਲੇ ਡੋਲਾ ਲੈ ਕੇ ਲਾੜਾ ਆਪਣੇ ਘਰ ਪਹੁੰਚਦਾ ਤਾਂ ਇੱਕ ਰਸਮ ਕੀਤੀ ਜਾਂਦੀ ਕਿ ਇੱਕ ਭਾਂਡੇ ਵਿੱਚ ਤੇਲ ਪਾ ਕੇ, ਤੇ ਉਹ ਤਿਲ ਜਿਹੜੇ ਸਨ ਉਹ ਫਿਰ ਇੱਕ ਬੁੱਕ ਭਰ ਕੇ ਵਿਆਹੁੰਦੜ ਮੁੰਡੇ ਨੇ ਉਹਨਾਂ ਤਿਲਾਂ ਦਾ ਤੇ ਆਪਣੀ ਵਹੁਟੀ ਦੇ, ਆਪਣੀ ਘਰਵਾਲੀ ਦੇ ਬੁੱਕ ਵਿੱਚ ਪਾਉਣਾ। ਉਸਨੇ ਉਹ ਤਿਲਾਂ ਦਾ ਬੁੱਕ ਜਿਹੜਾ ਹੈ ਵਾਰੀ-ਵਾਰੀ ਫਿਰ ਜਿੰਨੀਆਂ ਵੀ ਘਰ ਦੀਆਂ ਔਰਤਾਂ ਨੇ, ਕੋਈ ਦਰਾਣੀ ਹੈ, ਕੋਈ ਜਠਾਣੀ ਹੈ, ਸੱਸ ਹੈ, ਹੋਰ ਕਿੰਨਾ ਜਿੰਨਾ ਵੀ ਕੋੜਮਾ ਹੁੰਦਾ, ਪਰਿਵਾਰ ਹੁੰਦਾ, ਇਹ ਹਾਸੇ ਮਜ਼ਾਕ ਦੀ ਰਸਮ ਵੀ ਸੀ। ਤੇ ਇੱਕ ਜਾਣ ਪਛਾਣ, ਜਾਨੀ ਕਿ ਜਿਹੜਾ ਇੱਕ ਸੰਗ ਹੈ, ਇੱਕ ਡਰ ਹੈ, ਇੱਕ ਖੌਫ ਹੈ ਬੇਗਾਨੇ ਘਰ ਆਉਣ ਦਾ, ਇੱਕ ਜਿਹੜਾ ਅੰਦਰ ਇੱਕ ਬਣੀ ਹੋਈ, ਜਿਸ ਨੂੰ ਆਪਾਂ ਕਹਿੰਦੇ ਆ ਵੀ ਤੰਗ ਦਿਲੀ ਜਿਹੀ ਹੈ। ਇੱਕ ਸੌਖ ਮਹਿਸੂਸ ਕਰੇ ਇੱਕ ਨਵਾਂ ਜੀ ਜਦੋਂ ਆਪਣੇ ਘਰ ਆਇਆ ਹੈ, ਤਾਂ ਉੱਥੇ ਕਿਸੇ ਨੂੰ ਨਹੀਂ ਜਾਣਦਾ। ਅੱਜ ਵਰਗੇ ਸਮੇਂ ਨਹੀਂ ਸਨ। ਇੱਕ ਤਾਂ ਉਹਦੀ ਘਰ ਦੀਆਂ ਬਾਕੀ ਸਵਾਣੀਆਂ ਦੇ ਨਾਲ ਜਾਣ ਪਛਾਣ ਹੋ ਜਾਏ, ਹਾਸਾ ਮਜ਼ਾਕ ਹੋ ਜਾਏ, ਉਹਦੇ ਮਨ ਦਾ ਮਾਹੌਲ ਬਦਲ ਜਾਏ। ਇਸ ਤਰ੍ਹਾਂ ਇਹ ਕੁਝ ਰਸਮਾਂ ਜਿਹੜੀਆਂ, ਇਹਨਾਂ ਨੂੰ ਆਪਾਂ ਸਥਾਨਕ ਰਸਮਾਂ ਕਹਿੰਦੇ ਹਾਂ। ਰੀਤੀ ਰਿਵਾਜ ਜਿਹੜੇ ਆਮ ਕਿਤੇ ਕਿਸੇ ਤਰ੍ਹਾਂ ਦਾ ਹੁੰਦਾ ਹੈ, ਕਿਤੇ ਕਿਸੇ ਤਰ੍ਹਾਂ ਦਾ ਹੁੰਦਾ ਹੈ। ਤੋ ਇੱਕ ਮਨੋਰੰਜਕ, ਤੇ ਇਹਨਾਂ ਦੇ ਪਿੱਛੇ ਕੁਝ ਨਾ ਕੁਝ ਨਿੱਕੇ ਮੋਟੇ ਕਾਰਨ ਜਿਹੜੇ ਨੇ ਉਹ ਪਰਿਵਾਰਕ, ਸਮਾਜਿਕ ਹੁੰਦੇ ਨੇ। ਇਹ ਵਕਤ ਬਾ ਵਕਤ ਬਦਲਦੇ ਵੀ ਰਹਿੰਦੇ ਨੇ। ਕਿਸੇ ਜਗ੍ਹਾ ਤੇ ਕਿਸੇ ਤਰ੍ਹਾਂ ਦੀ ਕੋਈ ਰਸਮ ਹੁੰਦੀ ਸੀ, ਕਿਸੇ ਤਰ੍ਹਾਂ ਦੇ ਕਈ ਰਸਮਾਂ ਐਸੀਆਂ ਸਨ ਜਿਹੜੀਆਂ ਕਿਸੇ ਲੋੜ ਵਿੱਚੋਂ ਪੈਦਾ ਹੋਈਆਂ ਸਨ। ਹੌਲੀ ਹੌਲੀ ਉਹਨਾਂ ਦੀ ਲੋੜ ਕਿਸੇ ਹੋਰ ਤਰੀਕੇ ਨਾਲ ਪੂਰੀ ਹੋਣ ਲੱਗ ਪਈ, ਤੇ ਉਹ ਰਸਮਾਂ ਮਹਿਜ਼ ਇੱਕ, ਇਉਂ ਕਹਿ ਲਓ ਵੀ
ਇੱਕ ਕਰਮਕਾਂਡ ਜਿਹਾ ਬਣ ਕੇ, ਜਾਂ ਇਉਂ ਕਹਿ ਲਓ ਵੀ ਇੱਕ ਚੱਲੀ ਆ ਰਹੀ ਪ੍ਰਪਾਟੀ ਨੂੰ ਖਾਨਾ ਪੂਰਤੀ ਪੂਰੀ ਕਰਨ ਵਾਸਤੇ ਕੀਤੀਆਂ ਜਾਣ ਲੱਗੀਆਂ। ਜੇ ਮੈਂ ਇੱਕ ਉਦਾਹਰਣ ਦੇਣਾ, ਜਿਸ ਵੇਲੇ ਪੁਰਾਣੇ ਘਰਾਂ ਦੇ ਲੱਕੜ ਦੇ ਦਰਵਾਜ਼ੇ ਸਨ, ਖਾਸ ਤੌਰ ਤੇ ਜਿਹੜੇ ਬਾਹਰ ਦੇ ਦਰਵਾਜ਼ੇ ਹੁੰਦੇ ਸਨ ਘਰਾਂ ਦੇ, ਜਿੱਥੋਂ ਘਰ ਨੂੰ ਐਂਟਰ ਹੋਈਦਾ, ਮੇਨ ਐਂਟਰੈਂਸ, ਮੇਨ ਦਰਵਾਜ਼ਾ, ਮੇਨ ਬੂਹਾ, ਤੇ ਉਹ ਲੱਕੜ ਦੇ ਦਰਵਾਜ਼ੇ ਜਿਹੜੇ ਹੁੰਦੇ ਸਨ ਉਹ ਆਵਾਜ਼ ਕਰਦੇ ਸਨ। ਉਹਨਾਂ ਦੇ ਕਬਜ਼ੇ, ਜਿਸ ਵੇਲੇ ਬੂਹਾ ਖੋਲ੍ਹਣਾ ਉਹਨੇ ਆਵਾਜ਼ ਕਰਨੀ, ਬੰਦ ਕਰਨਾ ਆਵਾਜ਼ ਕਰਨੀ। ਜਾਂ ਫਿਰ ਇਸ ਤਰ੍ਹਾਂ ਹੁੰਦਾ ਚੂਥੀ ਵਾਲੇ ਦਰਵਾਜ਼ੇ ਵੀ ਹੁੰਦੇ ਸਨ, ਉਹਨਾਂ ਦੇ ਉੱਪਰ ਵੀ ਇੱਕ ਗੁੱਲੀ ਜਿਹੀ ਲੱਗੀ ਹੋਈ, ਇਸ ਤਰ੍ਹਾਂ ਖੜੇ ਰੁੱਖ, ਉਹ ਆਵਾਜ਼ ਕਰਦੇ ਸਨ ਅਕਸਰ ਹੀ, ਕਿਉਂਕਿ ਖੁਸ਼ਕ ਹੋ ਜਾਂਦੇ ਸਨ ਪਾਣੀ ਨਾਲ, ਹਵਾ ਨਾਲ। ਕਿਸੇ ਮਹਿਮਾਨ ਦੇ ਆਉਣ ਦਾ ਖਾਸ ਤੌਰ ਤੇ ਜਦੋਂ ਵਕਤ ਹੋਣਾ ਤੇ ਪਰਿਵਾਰ ਦੀਆਂ ਸਵਾਣੀਆਂ ਨੇ ਉਹਨਾਂ ਬੂਹਿਆਂ ਨੂੰ ਥੋੜਾ ਥੋੜਾ ਤੇਲ ਦੋਵੇਂ ਪਾਸੇ ਪਾ ਦੇਣਾ, ਤਾਂ ਕਿ ਦਰਵਾਜ਼ੇ ਆਵਾਜ਼ ਨਾ ਕਰਨ ਤੇ ਬੁਰੇ ਨਾ ਲੱਗਣ ਕਿਸੇ ਦੇ ਆਉਣ ਦੇ ਉੱਤੇ। ਹੁਣ ਇਹ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਹਨ ਇਹ ਸ਼ਗਨ ਬਣ ਗਈਆਂ ਕਿ ਕਿਸੇ ਦੇ ਆਉਣ ਦੇ ਉੱਤੇ ਤੇਲ ਚੋਈਦਾ। ਹਾਲਾਂਕਿ ਉਸ ਦੀ ਜ਼ਰੂਰਤ ਜਿਹੜੀ ਹੈ ਉਹ ਇੱਕ ਸਤਿਕਾਰ ਦਾ ਪਾਤਰ ਵੀ ਬਣ ਗਈ ਚੀਜ਼ ਹੌਲੀ ਹੌਲੀ। ਭਾਵੇਂ ਦਰਵਾਜ਼ਿਆਂ ਦੀਆਂ ਸ਼ਕਲਾਂ ਬਦਲ ਗਈਆਂ ਨੇ, ਕਈ ਕੁਝ ਚੇਂਜ ਹੋ ਗਿਆ ਅੱਗੇ ਨਾਲੋਂ। ਪੁਰਾਣੇ ਸਮਿਆਂ 'ਚ ਇਸ ਤਰ੍ਹਾਂ ਕਿਸੇ ਨੂੰ ਫੁੱਲ ਦੇ ਕੇ ਕਿਸੇ ਦੀ ਰਿਸਪੈਕਟ ਕਰਨ ਦਾ ਨਹੀਂ ਸੀ ਹੁੰਦਾ ਵੀ ਬੁੱਕਟ ਦਿਓ ਕਿਸੇ ਨੂੰ, ਕੋਈ ਆਇਆ ਤਾਂ ਅੱਜ ਕੱਲ੍ਹ ਆਪਾਂ ਗੁਲਦਸਤਾ ਫੁੱਲਾਂ ਦਾ ਦਿੰਦੇ ਹਾਂ, ਜੀ ਆਇਆਂ ਆਖਦੇ ਹਾਂ, ਇਹੋ ਜਿਹੀਆਂ ਚੀਜ਼ਾਂ। ਤੋ ਸਧਾਰਨ ਤਰੀਕੇ ਸਨ ਉਹ, ਹੌਲੀ ਹੌਲੀ ਉਹ ਜਿਹੜੀਆਂ ਚੀਜ਼ਾਂ ਸਨ ਉਹ ਸਮਾਂ ਪਾ ਕੇ ਤੁਸੀਂ ਵੇਖੋ ਦਰਵਾਜ਼ੇ ਬਦਲ ਗਏ, ਲੋੜਾਂ ਬਦਲ ਗਈਆਂ। ਲੋੜ ਜਿਹੜੀ ਸੀ ਉਹ ਸਤਿਕਾਰ ਦਾ ਨਾਂ ਲੈ ਗਈ, ਲੋੜ ਜਿਹੜੀ ਸੀ ਉਹ ਸ਼ਗਨ ਵਿਹਾਰ ਦਾ ਨਾਂ ਲੈ ਗਈ, ਉਹ ਰਸਮ ਬਣ ਗਈ, ਤੇ ਰਸਮ ਬਣ ਕੇ ਉਹ ਲੋਕਾਂ ਦੇ ਮਨ ਮਸਤਕ ਵਿੱਚ ਟਿਕ ਗਈ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ, ਕਿਸੇ ਲੋੜ ਵਿੱਚੋਂ ਪੈਦਾ ਹੋਈ ਕੋਈ ਚੀਜ਼ ਮਹਿਜ਼ ਰਸਮ ਬਣ ਕੇ ਰਹਿ ਜਾਂਦੀ ਹੈ, ਤੇ ਕੁਝ ਐਸੀਆਂ ਰਸਮਾਂ ਜਿਹੜੀਆਂ ਕਿਸੇ ਲੋੜ ਵਾਸਤੇ ਪੈਦਾ ਕੀਤੀਆਂ ਗਈਆਂ ਸਨ, ਲੋਕ ਉਹਦੀ ਲੋੜ ਭੁੱਲ ਗਏ, ਉਹਦਾ ਪਰਪਸ ਭੁੱਲ ਗਏ, ਉਹਦੇ ਪਿਛਲੀ ਗੱਲ ਜਿਹੜੀ ਖੜੀ ਸੀ ਉਹਦਾ ਚੇਤਾ ਭੁੱਲ ਗਿਆ, ਤੇ ਉਹ ਮਹਿਜ਼ ਲੋਕ ਇਹ ਖਾਨਾ ਪੂਰਤੀ ਉਹਨੂੰ ਰਸਮ ਨੂੰ ਬਣਾ ਕੇ ਬੈਠ ਗਏ। ਐਸਾ ਬਹੁਤ ਕੁਝ ਵਾਪਰਦਾ। ਸਮੇਂ ਦੇ ਨਾਲ ਕਈ ਚੀਜ਼ਾਂ ਨਵੀਆਂ ਆਉਂਦੀਆਂ ਨੇ, ਪੁਰਾਣੀਆਂ ਚਲੇ ਜਾਂਦੀਆਂ ਨੇ, ਕਈਆਂ ਦੇ ਰੂਪ ਬਦਲ ਜਾਂਦੇ ਨੇ, ਕਈਆਂ ਦਾ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਹੈ। ਹਰ ਚੀਜ਼ ਇਸ ਤਰ੍ਹਾਂ ਚੱਲਦੀ ਹੈ, ਸੰਸਾਰ ਹੈ ਨਾ। ਤੋ ਉਸ ਰਸਮ ਨੂੰ ਕਹਿੰਦੇ ਸਨ ਤਿਲ ਵੇਤਰੇ, ਤੇ ਉਸਨੇ ਦੁਬਾਰਾ ਉਹ ਜਿਸ ਜਿਹੜੀ ਨਵੀਂ ਆਈ ਨੂੰਹ ਹੈ, ਧੀ ਹੈ, ਉਸਨੇ ਉਹ ਤਿਲ ਜਿਹੜੇ ਸਨ ਉਹ ਫਿਰ ਥੋੜਾ ਜਿਹਾ ਹੋਰ ਪਾਉਣੇ ਤੇ ਉਹਨੇ ਵੰਡਣੇ ਹੁੰਦੇ ਸੀ ਸਾਰਿਆਂ ਨੂੰ ਥੋੜੇ ਥੋੜੇ ਕਰਕੇ। ਉਸ ਨੂੰ ਪ੍ਰਤੀਕ ਬਣਾਇਆ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਪਣੇ ਸ਼ਲੋਕ ਵਿੱਚ, ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ। ਇਥੋਂ ਹੀ ਇਹ ਗੱਲ ਬਣ ਗਈ। ਆਪਾਂ ਆਮ ਮੁਹਾਵਰਾ ਵਰਦੇ ਨਾ ਵੀ ਇਸ ਬੰਦੇ ਦੇ ਤਿਲ ਮੁੱਕ ਗਏ, ਯਾਨੀ ਕਿ ਸਮਾਂ ਪੁੱਗ ਗਿਆ, ਔਦ ਪੁੱਗ ਗਈ, ਜਿਹੜੀ ਚੀਜ਼ ਇਹਦੇ ਕੋਲ ਹੈ ਉਹ ਖਤਮ ਹੋ ਗਈ। ਇੱਕ ਤਾਂ ਇਹ ਮੁਹਾਵਰਾ ਵੀ। ਇੱਥੇ ਕਿਸ ਭਾਵ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜੇ ਜਾਣਾ ਫਰੀਦਾ, ਜੇ ਜਾਣਾ ਹੈ ਫਰੀਦ, ਜੇ ਮੈਂ ਜਾਣ ਲਵਾਂ, ਭਾਵ ਜੇ ਬੰਦਾ ਇਸ ਸਚਾਈ ਨੂੰ ਸਮਝ ਲਵੇ, ਤਿਲ ਥੋੜੜੇ ਵੀ ਸਵਾਸਾਂ ਰੂਪੀ ਤਿਲ ਬੜੇ ਥੋੜੇ ਨੇ, ਮਾਇਆ ਤੇ ਔਦ ਬੜੀ ਘੱਟ ਹੈ, ਵਕਤ ਬੜਾ ਲਿਮਟਿਡ ਹੈ, ਸੀਮਤ ਹੈ, ਤਾਂ ਕੀ ਹੁੰਦਾ ਹੈ? ਸੰਭਲ ਬੁੱਕ ਭਰੀ। ਸੰਭਲ ਮਤਲਬ ਸੰਭਲ ਕੇ, ਸੰਭਾਲ ਕੇ, ਸੁਚੇਤ ਹੋ ਕੇ ਮੈਂ ਆਪਣਾ ਬੁੱਕ ਭਰਾਂ। ਜਿਹੜੀ ਚੀਜ਼ ਥੋੜੀ ਹੋਵੇ ਉਹਨੂੰ ਵਰਤਿਆ ਵੀ ਤੇ ਸੰਭਾਲ ਕੇ ਜਾਂਦਾ ਹੈ ਨਾ। ਬਹੁਤੀ ਹੋਵੇ ਤੇ ਕਈ ਵਾਰ ਡੁੱਲ ਵੀ ਜਾਏ, ਵਿਗੜ ਵੀ ਜਾਏ, ਗਵਾਚ ਵੀ ਜਾਏ, ਤੇ ਬਹੁਤਾ ਮਲਾਲ ਨਹੀਂ ਹੁੰਦਾ ਵੀ ਕੋਈ ਨਹੀਂ ਬਹੁਤ ਪਈ ਹੈ। ਜਿਹੜੀ ਚੀਜ਼ ਥੋੜੀ ਹੋਵੇ ਤੇ ਹੋਵੇ ਵੀ ਕੀਮਤੀ, ਲੋੜੀਂਦੀ, ਉਹਦੇ ਲਈ ਬੰਦਾ ਸੁਚੇਤ ਹੋ ਕੇ, ਅਵੇਅਰ ਹੋ ਕੇ, ਸਾਵਧਾਨ ਹੋ ਕੇ ਉਸ ਦੀ ਵਰਤੋਂ ਕਰਦਾ ਵੀ ਅਜਾਈ ਨਾ ਜਾਵੇ, ਖਰਾਬ ਨਾ ਹੋਵੇ, ਗਵਾਚੇ ਨਾ, ਡੁੱਲੇ ਵਿਗੜੇ ਨਾ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਜੀਵਨ ਜਿਹੜਾ ਹੈ ਬੜਾ ਅਮੋਲਕ ਵੀ ਹੈ ਤੇ ਬੜਾ ਸੀਮਤ ਵੀ ਹੈ। ਇਸ ਨਾਲ ਦੀ ਕੋਈ ਦੂਜੀ ਵਸਤੂ ਨਹੀਂ। ਜੀਵਨ ਵਰਗੀ ਕੋਈ ਕੀਮਤੀ ਚੀਜ਼ ਹੋਰ ਹੈ ਨਹੀਂ ਸੰਸਾਰ ਅੰਦਰ। ਸਾਡੇ ਲਈ ਤਾਂ ਜੀਵਨ ਹੀ ਸਭ ਤੋਂ ਅਮੋਲਕ ਹੈ, ਪਰ ਬੰਦਾ ਇਸ ਅਮੋਲਕ ਜੀਵਨ ਦੀ ਖੁਦ ਦੀ ਵੀ ਪਰਵਾਹ ਨਹੀਂ ਕਰਦਾ ਤੇ ਦੂਜਿਆਂ ਦੀ ਵੀ ਪਰਵਾਹ ਨਹੀਂ ਕਰਦਾ।
ਇਸ ਅਮੋਲਕ ਚੀਜ਼ ਨੂੰ ਕਿਵੇਂ ਪੱਥਰਾਂ ਵੱਟੇ, ਕਿਵੇਂ ਕੌਡੀਆਂ ਦੇ ਭਾਅ ਬੰਦਾ ਸੁੱਟਦਾ। ਇਸੇ ਲਈ ਬਾਣੀ ਨੇ ਕਿਹਾ ਨਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੁਣ ਕੋਈ ਹੀਰੇ ਕੌਡੀ ਬਦਲੇ ਕਿਸੇ ਨੂੰ ਦੇ ਦੇਵੇ ਤੇ ਉਹਨੂੰ ਕੋਈ ਸਿਆਣਾ, ਕੋਈ ਅਕਲਮੰਦ ਥੋੜਾ ਆਖੇਗਾ ਵੀ ਹੀਰੇ ਦੇ ਕੇ ਤੂੰ ਕੌਡੀਆਂ ਇਕੱਠੀਆਂ ਕਰ ਲਈਆਂ। ਪੁਰਾਣੇ ਸਮੇਂ 'ਚ ਕੌਡੀ ਸਭ ਤੋਂ ਛੋਟੀ ਇਕਾਈ ਸੀ ਪੈਸੇ ਦੀ, ਤੇ ਕੌਡੀ ਦੇ ਵਿੱਚ ਵੀ ਅੱਧੀ ਕੌਡੀ ਵੀ ਚੱਲ ਜਾਂਦੀ ਸੀ। ਜਿਵੇਂ ਜਿੱਥੋਂ ਸ਼ਬਦ ਬਣਿਆ ਫੁੱਟੀ ਕੌਡੀ ਜਾਂ ਕਾਣੀ ਕੌਡੀ, ਲੋਕ ਕਹਿੰਦੇ ਮੈਂ ਤੈਨੂੰ ਕਾਣੀ ਕੌਡੀ ਨਹੀਂ ਦਿਆਂਗਾ। ਫਿਰ ਕੌਡੀਆਂ ਦੀ ਜਗ੍ਹਾ ਤੇ ਪੈਸੇ ਆਏ ਤੇ ਫਿਰ ਬੰਦਾ ਕਹਿਣ ਲੱਗ ਪਿਆ ਮੈਂ ਤੈਨੂੰ ਅੱਧਾ ਪੈਸਾ ਨਹੀਂ ਦੇਣਾ। ਫਿਰ ਜਦੋਂ ਅੱਧੇ ਪੈਸੇ ਦੀ ਵੈਲਿਊ ਘਟ ਗਈ ਤੇ ਲੋਕ ਕਹਿਣ ਲੱਗੇ ਤੈਨੂੰ 1 ਪੈਸਾ ਨਹੀਂ ਦੇਣਾ ਮੈਂ, ਤੇਰੀ ਵੈਲਿਊ 1 ਪੈਸੇ ਦੀ ਨਹੀਂ। ਜਦੋਂ ਦਮੜੇ ਚੱਲਦੇ ਸਨ ਫਿਰ ਤੇਰੀ ਦਮੜੇ ਦੀ ਕੀਮਤ ਨਹੀਂ। ਤਾਂ ਹੀ ਬਾਣੀ ਚ ਵਰਤੇ ਆਡ ਦਾਮ ਕੋ ਸ਼ੀਫਰੋ। ਤੋ ਜਿਉਂ-ਜਿਉਂ ਕਰੰਸੀ ਦੀ ਵੈਲਿਊ ਬਦਲਦੀ ਗਈ, ਬੰਦੇ ਦੇ ਮੁਹਾਵਰੇ ਵੀ ਬਦਲਦੇ ਗਏ ਨਾਲ ਨਾਲ। ਜਿਹੜੀ ਸਭ ਤੋਂ ਛੋਟੀ ਇਕਾਈ ਹੁੰਦੀ ਸੀ ਕਿਸੇ ਚੀਜ਼ ਦੀ, ਉਹਦੀ ਉਦਾਹਰਣ ਦਿੱਤੀ ਜਾਂਦੀ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ, ਕਹਿਣ ਲੱਗੇ ਵੀ ਹੀਰੇ ਵਰਗਾ ਜੀਵਨ, ਅਮੋਲਕ ਜੀਵਨ ਤੂੰ ਕੌਡੀਆਂ ਦੇ ਭਾਵ ਸਭ ਤੋਂ ਸਸਤਾ ਵਿਅਰਥ ਸੁੱਟੀ ਜਾ ਰਿਹਾ। ਤੂੰ ਇਹਦੀ ਕੀਮਤ ਨਹੀਂ ਸਮਝ, ਬਾਕੀ ਤੈਨੂੰ ਸਾਰੀਆਂ ਚੀਜ਼ਾਂ ਦੀ ਕੀਮਤ ਪਤਾ ਹੈ। ਤੋ ਉਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਸੰਭਲ ਕੇ ਬੁੱਕ ਭਰਾਂ, ਭਾਵ ਇਹਦੀ ਵਰਤੋਂ ਬੜੀ ਸੰਭਾਲ ਕੇ ਸੁਚੇਤ ਹੋ ਕੇ ਕਰਾਂ। ਇਹਨੂੰ ਅਜਾਈ ਅਗਿਆਨਤਾ ਦੇ ਰਾਹ ਤੇ ਤੁਰ ਕੇ, ਐਵੇਂ ਸੰਸਾਰ ਦੇ ਵਿਸ਼ੇ ਵਿਕਾਰਾਂ ਤੇ ਔਗਣਾਂ ਦੇ ਵਿੱਚ ਟੱਕਰਾਂ ਮਾਰ ਕੇ, ਵਿਅਰਥ ਦੇ ਕੰਮਾਂ ਵਿੱਚ ਖਪਤ ਕਰਕੇ, ਐਵੇਂ ਦੁਨੀਆ ਦਾ ਭਾਰ ਚੁੱਕ ਕੇ, ਵਾਧੂ ਗੱਲਾਂ ਦਾ ਜਿਹੜਾ ਅਸੀਂ ਭਾਰ ਚੁੱਕਦੇ ਹਾਂ, ਉਹਦੇ ਵਿੱਚ ਮੈਂ ਵਿਅਰਥ ਨਾ ਗਵਾਵਾਂ। ਜੇ ਜਾਣਾ ਸ਼ੌ ਨੰਢੜਾ ਤਾਂ ਥੋੜਾ ਮਾਣ ਕਰੀ। ਜੇ ਮੈਂ ਇਹ ਸਮਝ ਲਵਾਂ ਨਾ ਕਿ ਮੇਰਾ ਸ਼ੌ ਨੰਢੜਾ, ਨੰਢੜਾ ਆਪਾਂ ਕਿਹਨੂੰ ਕਹਿੰਦੇ ਹਾਂ? ਅਣਜਾਣ ਬਾਲ। ਜਿਹੜਾ ਬਾਲ ਬੁੱਧੀ ਵਾਲਾ ਹੋਵੇ ਨਾ, ਉਹਨੂੰ ਨੰਢੜਾ ਆਖਿਆ ਜਾਂਦਾ। ਤਾਂ ਥੋੜਾ ਮਾਣ ਕਰੀ, ਇਹਦਾ ਭਾਵ ਹੈ ਜਿਹੜਾ ਮੇਰਾ ਮਾਲਕ, ਮੇਰਾ ਖਸਮ ਹੈ ਨਾ, ਉਹ ਤਾਂ ਬਾਲਕ ਬੁੱਧੀ ਨੂੰ ਪ੍ਰਵਾਨ ਕਰਦਾ ਹੈ। ਉਹਨੂੰ ਬਹੁਤੀਆਂ ਚਤੁਰਾਈਆਂ ਵਾਲੇ ਮਨੁੱਖ ਪੁੱਗਦੇ ਨਹੀਂ। ਚਲਾਕੀਆਂ ਕਰਨ ਵਾਲੇ, ਚਤੁਰਾਈਆਂ ਕਰਨ ਵਾਲੇ, ਜਿਹਨੂੰ ਆਪਾਂ, ਇੱਕ ਹੁੰਦੀ ਹੈ ਸਿਆਣਪ। ਇੱਕ ਬੰਦੇ ਨੂੰ ਆਪਾਂ, ਤੁਸੀਂ ਵੇਖੋ ਨਾ, ਸਮਾਰਟ ਹੋਣਾ ਮਾੜੀ ਗੱਲ ਨਹੀਂ, ਪਰ ਕੋਈ ਬੰਦਾ ਸਮਾਰਟ ਨਾ ਹੋਵੇ ਬਲਕਿ ਓਵਰ ਸਮਾਰਟ ਹੋਣ ਦੀ ਐਕਟਿੰਗ ਕਰੇ, ਕੋਸ਼ਿਸ਼ ਇਹ ਕਰੇ ਕਿ ਉਹ ਆਪਣੇ ਆਪ ਨੂੰ ਜਤਾਵੇ। ਸਿਆਣੇ ਹੁੰਦੇ ਨਹੀਂ, ਪਰ ਸਿਆਣਾ ਜਤਾਉਣ ਦੀ ਕੋਸ਼ਿਸ਼ ਵਿੱਚ ਚਲਾਕੀ ਕਰਦੇ ਨੇ। ਉਹਨੂੰ ਆਪਾਂ ਕਹਿੰਦੇ ਤੂੰ ਬਹੁਤਾ ਓਵਰ ਸਮਾਰਟ ਨਾ ਬਣ, ਸਾਨੂੰ ਇਹ ਗੱਲ ਪਤਾ, ਯਾਨੀ ਕਿ ਤਹਿਜੀਬ ਨਹੀਂ ਬੰਦੇ ਨੂੰ, ਉਹਨੂੰ ਆਪਾਂ ਕਹਿ ਦਿੰਦੇ ਓਵਰ ਸਮਾਰਟ ਹੋਣਾ। ਚਲਾਕ ਉਸੇ ਨੂੰ ਕਹਿੰਦੇ ਨੇ। ਗੁਰਬਾਣੀ ਨੇ ਅਕਲ ਨੂੰ ਨਹੀਂ ਨਕਾਰਿਆ, ਪਰ ਬੰਦਾ ਚਲਾਕੀਆਂ ਕਰੇ, ਚੁਸਤੀਆਂ ਦੇ ਨਾਲ ਦੂਜਿਆਂ ਨੂੰ ਧੋਖੇ, ਜਾਲ ਸਾਜ਼ੀਆਂ, ਬੇਈਮਾਨੀਆਂ ਕਰੇ, ਠਿੱਬੀਆਂ ਲਾਏ, ਸਾਜ਼ਿਸ਼ੀ ਬਿਰਤੀ ਰੱਖੇ, ਕਪਟੀ ਸੁਭਾਅ ਰੱਖੇ, ਉਹਨੂੰ ਗੁਰੂ ਸਾਹਿਬ ਨੇ ਨਕਾਰਿਆ। ਉਸੇ ਨੂੰ ਕਿਹਾ ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਇੱਥੇ ਸਹਸ ਸਿਆਣਪਾਂ ਤੋਂ ਭਾਵ ਅਕਲ ਨਹੀਂ, ਉਹ ਚੁਸਤੀਆਂ, ਚਲਾਕੀਆਂ, ਸਾਜ਼ਿਸ਼ੀ ਬਿਰਤੀਆਂ ਨੇ, ਵਿਖਾਵੇਬਾਜ਼ੀਆਂ ਨੇ। ਓਵਰ ਸਮਾਰਟ ਹੋਣ ਦਾ ਜਿਹੜਾ ਸੁਭਾਅ ਹੁੰਦਾ ਹੈ ਬੰਦੇ ਅੰਦਰ, ਉਹਨੂੰ ਗੁਰੂ ਸਾਹਿਬ ਨੇ ਕਿਹਾ। ਸਤਿਗੁਰੂ ਆਖਦੇ ਨੇ ਪਰਮੇਸ਼ਰ ਨੂੰ ਕੀ ਚੰਗਾ ਲੱਗਦਾ ਹੈ? ਮਨ ਦਾ ਸਾਫ਼ ਬੰਦਾ, ਬਾਲ ਬੁੱਧ। ਬਾਲ ਬੁੱਧ ਕਿਹਨੂੰ ਕਹਿੰਦੇ ਆਪਾਂ? ਬੱਚੇ ਨੂੰ। ਬੱਚੇ ਅੰਦਰ ਕੋਈ ਕੁਣਤਰ ਨਹੀਂ ਨਾ ਹੁੰਦੀ। ਦੋ ਬੱਚੇ ਵੇਖੋ, ਤੁਸੀਂ ਵਿਗੜ ਵੀ ਜਾਣ ਨਾ ਕਿਸੇ ਗੱਲੋਂ, ਫਿਰ ਇਕੱਠੇ ਹੀ ਹੋ ਜਾਂਦੇ। ਬੰਦਾ ਬੰਦੇ ਨਾਲ ਵਿਗੜ ਜਾਏ, ਉਹਨੂੰ ਕਈ ਉਮਰਾਂ ਲੰਘ ਜਾਂਦੀਆਂ ਨੇ, ਬਾਅਦ ਚ ਇਕੱਠੇ ਹੋਇਆ ਹੀ ਨਹੀਂ ਜਾਂਦਾ। ਕੀ ਵਾਪਰ ਜਾਂਦਾ ਹੈ? ਈਗੋ। ਬੱਚੇ 'ਚ ਜਿਹੜੀ ਚੀਜ਼ ਨਹੀਂ ਹੁੰਦੀ, ਉਹ ਸਾਡੇ 'ਚ ਪੱਕ ਜਾਂਦੀ ਹੈ। ਉਹ ਚੀਜ਼ ਅਸੀਂ ਨਾਲ ਲੈ ਕੇ, ਅਸੀਂ ਚਾਹੁੰਦੇ ਹਾਂ ਵੀ ਭਾਵੇਂ ਸਾਹ ਨਿਕਲ ਜਾਣ, ਪਰ ਜਿੱਦ ਨਹੀਂ, ਇਹ ਨਹੀਂ ਗੱਲ ਹੋਣੀ। ਬਾਲਕ ਜਿਹੜਾ, ਬੱਚਾ ਜਿਹੜਾ, ਉਹ ਗੰਢ ਨਹੀਂ ਬੰਨਦਾ। ਉਹ ਠੀਕ ਹੈ, ਹਾਲਾਤ ਦਾ ਉਹ ਵੀ ਸ਼ਿਕਾਰ ਹੁੰਦਾ। ਬੱਚੇ ਨੂੰ ਵੀ ਗੁੱਸਾ ਆਉਂਦਾ, ਉਹ ਵੀ ਲੜ ਪੈਂਦੇ ਨੇ, ਚੀਜ਼ਾਂ ਤੋੜਦੇ ਨੇ, ਗੁੱਥਾਂ ਵੀ ਹੋ ਜਾਂਦੇ ਨੇ, ਕਈ ਵਾਰ ਸ਼ਿਕਾਇਤਾਂ ਵੀ ਲਾਉਂਦੇ ਨੇ। ਪਰ ਉਹਨਾਂ ਦੇ ਗੁੱਸੇ ਦੀ, ਉਹਨਾਂ ਦੇ ਵਖਰੇਵੇਂ ਦੀ, ਉਹਨਾਂ ਦੇ ਰੋਸੇ ਦੀ ਇੱਕ ਲਿਮਟ ਹੁੰਦੀ ਹੈ। ਪਰ ਉਹੀ ਬੱਚਾ ਜਿਉਂ-ਜਿਉਂ ਵੱਡਾ ਹੁੰਦਾ ਹੈ, ਉਹ ਹੋਰ ਚੀਜ਼ਾਂ ਨਾਲ ਅਟੈਚ ਹੁੰਦਾ ਹੈ,
ਉਹਦੇ ਫਿਰ ਸੰਸਕਾਰ ਜਿਉਂ-ਜਿਉਂ ਪੱਕਦੇ ਜਾਂਦੇ ਨੇ, ਪ੍ਰੈਕਟਿਸ ਹੁੰਦੀ ਜਾਂਦੀ ਉਹਦੇ ਰੋਸਿਆਂ ਦੀ, ਉਹਦੇ ਗਿਲਿਆਂ ਦੀ, ਉਹਦੇ ਗੁੱਸਿਆਂ ਦੀ, ਤੇ ਉਹ ਚੀਜ਼ਾਂ ਵੀ ਉਹਦੇ ਅੰਦਰ, ਜਿੰਨਾ ਸਰੀਰ ਵੱਡਾ ਹੁੰਦਾ ਜਾਂਦਾ ਹੈ, ਜਿੰਨੀ ਉਮਰ ਵੱਡੀ ਹੁੰਦੀ, ਉਹ ਚੀਜ਼ਾਂ ਵੀ ਅੰਦਰ ਵੱਡੀਆਂ ਹੋ ਕੇ ਪੱਕ ਜਾਂਦੀਆਂ। ਹੁਣ ਉਹ ਰੋਸੇ ਥੋੜਾ ਨੇ ਜਿਹੜੇ ਬੱਚਿਆਂ ਵਾਲੇ ਸਨ, ਹੁਣ ਉਹ ਗੁੱਸੇ ਥੋੜਾ ਰਹੇ ਜਿਹੜੇ ਬੱਚਿਆਂ ਵਾਲੇ, ਬੱਚੇ ਹੁੰਦੇ ਆ ਜਿਹੜਾ ਗੁੱਸਾ ਹੁੰਦਾ ਸੀ। ਹੁਣ ਉਹ ਲੜਾਈ ਥੋੜਾ ਰਹੀ, ਹੁਣ ਉਹ ਜਿੱਦ ਥੋੜਾ ਰਹੀ, ਹੁਣ ਜਿੱਦ ਵੀ ਵੱਡੀ ਹੋ ਗਈ, ਰੋਸਾ ਤੇ ਗਿਲਾ ਵੀ ਵੱਡਾ ਹੋ ਗਿਆ। ਹੁਣ ਉਹ ਅਮਰ ਵੇਲ ਵਾਂਗ ਸਾਰੇ ਜੀਵਨ ਤੇ ਛਾ ਗਿਆ। ਉਦੋਂ ਦੀ ਜਿੱਦ ਥੋੜੇ ਚਿਰ ਦੀ ਸੀ, ਹੁਣ ਦੀ ਜਿੱਦ ਤੇ ਉਮਰਾਂ ਦੀ ਹੈ। ਤੇ ਜਿੱਦ ਦਾ ਆਕਾਰ ਇੰਨਾ ਵੱਡਾ ਹੁੰਦਾ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਨਹੀਂ, ਜ਼ਿੰਦਗੀ ਥੋੜੀ ਹੈ, ਜਿੱਦ ਵੱਡੀ ਹੈ। ਅਸੀਂ ਫਿਰ ਆਪਣੀ ਅਗਲੀ ਪੀੜ੍ਹੀ ਨੂੰ ਵੀ ਪੜ੍ਹਾ ਜਾਂਦੇ ਵੀ ਜਿਹੜੀ ਹੁਣ ਮੇਰੀ ਉਮਰ ਤਾਂ ਪੁੱਗ ਗਈ ਹੈ, ਪਰ ਜਿੱਦ ਤੂੰ ਨਾ ਛੱਡੀ, ਜਿੱਦ ਦੀ ਉਮਰ ਨਹੀਂ ਘਟਣੀ ਚਾਹੀਦੀ। ਜਿੱਥੋਂ ਮੈਂ ਛੱਡਣੀ ਉੱਥੋਂ ਤੂੰ ਫੜ ਲੈ। ਜਿਹੜਾ ਰੋਸਾ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਕਮਾ ਸਕਿਆ, ਜੇ ਮੇਰੇ ਕੋਲ 1000 ਸਾਲ ਦੀ ਉਮਰ ਹੁੰਦੀ ਨਾ ਤੇ 1000 ਸਾਲ ਦਾ ਮੈਂ ਰੱਖਦਾ, ਪਰ ਉਮਰ ਮੁੱਕ ਚੱਲੀ ਹੈ। ਹੁਣ ਇਹ ਰੋਸੇ ਨੂੰ ਤੂੰ ਨਹੀਂ ਛੱਡਣਾ, ਹੁਣ ਇਹਨੂੰ ਤੂੰ ਫੜ ਕੇ ਰੱਖੀ। ਇਸ ਤਰ੍ਹਾਂ ਇਹ ਸਫ਼ਰ ਹੁੰਦਾ ਅੱਗੇ ਤੋਂ ਅੱਗੇ। ਬਾਲ ਬੁੱਧ ਦਾ ਮਤਲਬ ਹੈ ਜਿੱਥੇ ਕਪਟ ਕੋਈ ਨਹੀਂ, ਅੰਦਰ ਕੋਈ ਗੱਲ ਨਹੀਂ। ਵਕਤੀ ਚੀਜ਼ਾਂ ਆਈਆਂ ਤੇ ਗੁਜ਼ਰ ਗਈਆਂ, ਰੋਸਾ ਆਇਆ, ਗਿਲਾ ਆਇਆ, ਜਿੱਦ ਆਈ, ਉਹ ਸਾਰੀਆਂ ਚੀਜ਼ਾਂ ਆਈਆਂ ਨੇ ਵਕਤੀ, ਪਰ ਗੁਜ਼ਰ ਗਈਆਂ ਨੇ, ਫੜ ਕੇ ਨਹੀਂ ਰੱਖੇ, ਅੰਦਰ ਗੰਢ ਨਹੀਂ ਬੰਨੀ। ਉਹਨੂੰ ਕਿਹਾ ਹੈ ਸਾਫ਼ ਮਨ, ਬਿਰਤੀ ਪਵਿੱਤਰ ਰਹੀ। ਉਸ ਨੂੰ ਕਿਹਾ ਹੈ ਸ਼ੌ ਨੰਢੜਾ, ਮੇਰਾ ਮਾਲਕ ਜਿਹੜਾ ਹੈ ਬਾਲ ਬੁੱਧ ਵਾਲਾ ਹੈ। ਥੋੜਾ ਮਾਣ ਕਰੀ, ਜੇ ਮੈਨੂੰ ਸਮਝ ਲੱਗ ਜਾਏ ਨਾ ਮੇਰੇ ਖਸਮ ਦਾ ਸੁਭਾਅ ਕਿਹੋ ਜਿਹਾ, ਤੇ ਮਾਣ ਕਰਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਹਨੂੰ ਉਵੇਂ ਸਮਝਾਉਣ ਨੂੰ ਆਪਾਂ ਸੰਸਾਰਕ ਉਦਾਹਰਣ ਵਿੱਚ ਜਿਵੇਂ ਕਹਿੰਦੇ ਨਾ ਵੀ ਮੰਨ ਲਓ ਪਤੀ ਪਤਨੀ ਚੋਂ ਇੱਕ ਜੀ ਜਿਹੜਾ ਉਹ ਗੌਲੇ ਹੀ ਨਾ, ਗੁਰੂਰ ਹੰਕਾਰ ਕਰਨ ਵਾਲੇ ਨੂੰ, ਇੱਕ ਹੰਕਾਰ ਕਰੇ ਦੂਜਾ ਗੌਲੇ ਹੀ ਨਾ ਹੰਕਾਰ ਤੋਂ ਅਰਥ ਕੀ ਰਹਿ ਜਾਂਦਾ? ਉਹ ਤਾਂ ਰਿਸ਼ਤਾ ਵਿਗਾੜਨ ਵਾਲੀ ਖੇਡ ਹੋਈ ਨਾ। ਜਿਹੜੀ ਚੀਜ਼ ਇੱਕ ਜੀ ਨੂੰ ਚੰਗੀ ਨਹੀਂ ਲੱਗਦੀ, ਜੇ ਦੂਜਾ ਜਾਣ ਕੇ ਉਹ ਕਰੇ, ਤੇ ਕੀ ਉਹ ਸਾਂਝ ਜਿਹੜੀ ਹੈ ਉਹਦੇ ਵਿੱਚ ਪ੍ਰੇਮ ਜਾਂ ਮੁਹੱਬਤ ਬਣੀ ਰਹਿ ਸਕੇਗੀ? ਉੱਥੇ ਕਲੇਸ਼ ਨਹੀਂ ਹਰ ਵੇਲੇ ਪੈਦਾ ਹੋਵੇ, ਜਿਹੜੀ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ। ਹੁਣ ਮੰਨ ਲਓ ਘਰ 'ਚ 4 ਜੀਆਂ ਨੂੰ ਇੱਕ ਸਬਜ਼ੀ ਚੰਗੀ ਨਾ ਲੱਗੇ, ਤੇ ਧਰਨ ਵਾਲਾ ਬਿਦ ਕੇ ਧਰੇ ਹੀ ਉਹ, ਕੀ ਹਾਲਤ ਹੋਏਗੀ? ਹਾਲਾਂਕਿ ਨਿੱਕੀ ਜੀ ਗੱਲ ਹੈ, ਚਲੋ ਇੱਕ ਵਾਰ ਹੋਇਆ, 2 ਵਾਰ ਹੋਇਆ, ਪਰ ਰੋਜ਼ ਹੀ ਹਫ਼ਤੇ 'ਚ 4 ਦਿਨ ਬਣੇ ਹੀ ਉਹ ਸਬਜ਼ੀ ਜਿਹੜੀ ਪਰਿਵਾਰ ਦੇ ਬਾਕੀ ਜੀ ਖਾਂਦੇ ਹੀ ਨਹੀਂ, ਤੇ ਧਰਨ ਵਾਲਾ ਆਖੇ ਮੈਂ ਤਾਂ ਧਰੂ ਇਹੋ ਹੀ। ਹੁਣ ਉੱਥੇ ਕੀ ਹੋਏਗਾ? 2 ਵਾਰ 4 ਵਾਰ ਬਰਦਾਸ਼ਤ ਹੋਏਗਾ, 5ਵੀਂ ਵਾਰ ਰੌਲਾ ਪਏਗਾ, 6ਵੀਂ ਵਾਰ ਖੱਪ ਪਏਗੀ, ਗੱਲ ਵੱਧ ਜਾਏਗੀ। ਉੱਥੇ ਫਿਰ ਕੀ ਕਰਦਾ ਹੈ? ਜਿਹੜੇ ਸਿਆਣੇ ਲੋਕ ਨੇ ਉਹ ਕੀ ਕਰਦੇ ਨੇ ਵੀ ਨਹੀਂ, ਜ਼ਿੱਦ ਨਹੀਂ, ਦੂਜਿਆਂ ਦਾ ਵੀ ਸੋਚ ਕੇ ਚੱਲਣਾ ਹੈ, ਦੂਜਿਆਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ। ਉਹਨਾਂ ਨੂੰ ਕੀ ਚੰਗਾ ਲੱਗਦਾ ਇਹ ਵੀ ਵੇਖਿਆ ਜਾਂਦਾ ਹੈ, ਉਹਨਾਂ ਨੂੰ ਕੀ ਵਧੀਆ ਲੱਗਦਾ ਇਹ ਵੀ ਵੇਖਿਆ ਜਾਂਦਾ ਹੈ। ਕੁਝ ਉਹ ਜਿੱਦ ਛੱਡ ਦਿੰਦੇ ਨੇ, ਕੁਝ ਆਪਾਂ ਛੱਡ ਦਿੰਦੇ, ਚੱਲੀ ਜਾਂਦਾ ਕੰਮ। ਜੇ ਮੈਨੂੰ ਸਮਝ ਪੈ ਜਾਏ, ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਉਹ ਮਾਲਕ ਵਾਹਿਗੁਰੂ ਚੁਸਤੀਆਂ ਚਲਾਕੀਆਂ ਨੂੰ ਪ੍ਰਵਾਨ ਨਹੀਂ ਕਰਦਾ, ਤੇ ਫਿਰ ਮੈਂ ਵੀ ਮਾਣ ਨਹੀਂ ਕਰਾਂਗਾ। ਬਸ ਮੈਨੂੰ ਉਹਦੇ ਸੁਭਾਅ ਦਾ ਗਿਆਨ ਨਹੀਂ, ਇਸ ਕਰਕੇ ਮਨੁੱਖ ਵੀ ਆਪਣੇ ਜੀਵਨ 'ਚ ਕਈ ਕਿਸਮ ਦੇ ਗਰੂਰ ਤੇ ਹੰਕਾਰ ਪਾਲਦਾ। ਅੱਗੇ ਫਰਮਾਉਂਦੇ ਹਨ, ਜੀ ਜਾਣਾ ਲੜੋ ਛਿਜਣਾ, ਪੀੜੀ ਪਾਈ ਗੰਢ। ਵਿਆਹ ਦੇ ਸਮੇਂ ਇੱਕ ਹੋਰ ਰਸਮ ਹੁੰਦੀ ਸੀ, ਖਾਸ ਤੌਰ ਤੇ ਜਿਹੜੇ ਸਨਾਤਨੀ ਪਰਿਵਾਰਾਂ, ਹਿੰਦੂ ਪਰਿਵਾਰਾਂ ਨਾਲ ਸੰਬੰਧ ਰੱਖਦੇ ਲੋਕ ਨੇ, ਇੱਕ ਜਗ੍ਹਾ ਤੇ ਬਿਠਾ ਕੇ ਉਹਨਾਂ ਦਾ ਲੜ ਪੱਲਾ ਜਿਹੜਾ ਸੀ ਨਾ, ਲੜਕੇ ਤੇ ਲੜਕੀ ਦਾ, ਉਹਨੂੰ ਘੁੱਟ ਕੇ ਬੰਨ੍ਹ ਦਿੱਤਾ ਜਾਂਦਾ ਸੀ, ਤੇ ਉਹਨਾਂ ਨੂੰ ਉਪਦੇਸ਼ ਦਿੱਤਾ ਜਾਂਦਾ ਸੀ ਵੀ ਜਿੰਨੀ ਇਹ ਗੰਢ ਪੱਕੀ ਹੈ ਨਾ ਵਸਤਰ ਦੀ, ਕੱਪੜੇ ਦੀ, ਇੰਨਾ ਤੁਹਾਡਾ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ। ਉਹ ਉਦਾਹਰਣ ਦਿੱਤੀ, ਜੇ ਜਾਣਾ ਲੜ ਛਿਜਣਾ, ਪੀੜੀ ਪਾਈ ਗੰਢ। ਜੇ ਮੈਨੂੰ ਇਹ ਵੀ ਸਮਝ ਪੈ ਜਾਂਦੀ ਨਾ ਜ਼ਿੰਦਗੀ ਦੇ ਰਾਹ ਦੇ ਉੱਤੇ ਚੱਲਦਿਆਂ ਹੋਇਆਂ, ਛਿਜਣਾ ਦਾ ਮਤਲਬ ਹੁੰਦਾ ਹੈ ਕਮਜ਼ੋਰ ਹੋਣਾ, ਛਿਜ ਜਾਣਾ, ਕਮਜ਼ੋਰ ਹੋ ਜਾਣਾ। ਲੜ ਕੀ ਹੈ?
ਜਿਹੜੀ ਚੀਜ਼ ਦੋ ਧਿਰਾਂ ਨੂੰ ਜੋੜ ਦਿੰਦੀ ਉਹ ਲੜ ਹੈ। ਜਿਵੇਂ ਆਨੰਦ ਕਾਰਜ ਹੁੰਦਾ ਹੈ ਨਾ, ਤਾਂ ਪੱਲਾ ਫੜਾਇਆ ਜਾਂਦਾ। ਪੱਲੇ ਦਾ ਮਤਲਬ ਉਹ ਇੱਕ ਮਰਿਆਦਾ ਦੇ ਵਿੱਚ ਇੱਕ ਸੰਕੇਤ ਹੁੰਦੇ ਨਾ, ਮਰਿਆਦਾ ਕੁਝ ਸੰਕੇਤ ਕਰਦੀ ਹੁੰਦੀ ਹੈ, ਅਸੀਂ ਉਹਨੂੰ ਸਮਝਦੇ ਨਹੀਂ ਬਹੁਤੇ। ਇਸ ਕਰਕੇ ਸਾਡਾ ਸੁਭਾਅ ਇਹ ਬਣ ਗਿਆ ਵੀ ਅਜਿਹੇ ਸਮਿਆਂ ਦੇ ਉੱਤੇ ਵੀ ਸਾਡਾ ਬਹੁਤਾ ਵਕਤ ਜਿਹੜਾ ਹੈ ਉਹ ਤਾਮ ਝਾਮ ਵਿੱਚ ਗੁਜ਼ਰ ਜਾਂਦਾ ਹੈ। ਮਕਸਦ ਅਸੀਂ ਨਹੀਂ ਸਮਝਦੇ, ਨਾ ਚਾਰ ਲਾਵਾਂ ਦਾ ਅਰਥ ਭਾਵ ਤੇ ਉਪਦੇਸ਼ ਨਾ ਕੋਈ ਸੁਣਨਾ ਚਾਹੁੰਦਾ ਹੈ, ਨਾ ਕੋਈ ਵਕਤ ਕੱਢਦਾ ਹੈ। ਇਹ ਚੀਜ਼ਾਂ ਚੋਂ ਕੀ ਮੈਸੇਜ ਮਿਲਦਾ ਹੈ, ਕੀ ਸਾਨੂੰ ਜਿਹੜੀ ਹੈ ਸੇਧ ਮਿਲਦੀ ਹੈ, ਉਹਦੇ ਲਈ ਅਸੀਂ ਉਹ ਅੱਧੇ ਪੌਣੇ ਘੰਟੇ ਦਾ ਟਾਈਮ ਵੀ ਬੜਾ ਔਖਾ ਕੱਢੀਦਾ, ਕਿਉਂਕਿ ਸਾਡੀ ਸੁਰਤ ਹੋਰ ਚੀਜ਼ਾਂ ਦੇ ਵਿੱਚ ਵਿਖਾਵੇਬਾਜ਼ੀਆਂ 'ਚ ਜ਼ਿਆਦੀ ਹੈ। ਨਾ ਸਾਡੇ ਪਹਿਰਾਵੇ ਉਹੋ ਜਿਹੇ ਹੁੰਦੇ ਨੇ ਵੀ ਟੇਕ ਕੇ ਬਹਿ ਸਕੀਏ ਅਸੀਂ, ਕਿਉਂਕਿ ਸਾਡਾ ਸਾਰਾ ਕੁਝ ਜਿਹੜਾ ਹੈ ਨਾ, ਮਾਫ ਕਰਨਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਸਾਡੀਆਂ ਖੁਸ਼ੀਆਂ ਹੁੰਦੀਆਂ ਨੇ, ਕੁਝ ਚਾਅ ਹੁੰਦੇ ਨੇ, ਕੁਝ ਸਧਰਾਂ ਹੁੰਦੀਆਂ ਨੇ, ਪਰ ਬੈਲੈਂਸ ਨਹੀਂ ਹੈ ਸਾਡੀਆਂ ਇਹਨਾਂ ਗੱਲਾਂ ਦਾ ਕੋਈ। ਇਸ ਕਰਕੇ ਉੱਥੇ ਨਾ ਕੋਈ ਟਿਕ ਕੇ 2 ਘੜੀਆਂ ਬਹਿੰਦਾ, ਨਾ ਕੋਈ ਬਹਿਣ ਦੇ ਮੂਡ ਵਿੱਚ ਹੁੰਦਾ ਹੈ, ਤੇ ਅਸੀਂ ਫਿਰ ਚੀਜ਼ਾਂ ਵੀ ਇਹੋ ਜਿਹੀਆਂ ਕਰਦੇ ਹਾਂ ਵੀ ਬੈਠਾ ਜਾਂਦਾ ਹੀ ਨਹੀਂ, ਔਖਾ ਹੋ ਜਾਂਦਾ। ਹੁਣ ਉਹ ਜਿਹੜੀ ਮਰਿਆਦਾ ਦੇ ਸੰਕੇਤ ਨੇ, ਪੱਲਾ ਫੜਨ ਦਾ ਮਤਲਬ ਹੁੰਦਾ ਹੈ ਤੁਹਾਡਾ ਰਿਲੇਸ਼ਨ ਜਿਹੜਾ ਹੈ ਉਹ ਮਜ਼ਬੂਤ ਹੋਵੇ। ਜਿਵੇਂ ਧਾਗਾ ਮਜ਼ਬੂਤ ਹੋਵੇ ਤੇ ਮੋਤੀ ਉਹਦੇ ਵਿੱਚ ਪਰੋਏ ਹੋਏ ਜਿਹੜੇ ਨੇ ਉਹ ਇਕੱਠੇ ਰਹਿੰਦੇ ਨੇ। ਤੋ ਲੜ ਦਾ ਭਾਵ ਕੀ ਹੋਇਆ ਵੀ ਜਿਹੜੀ ਦੋ ਚੀਜ਼ਾਂ ਨੂੰ ਆਪਸ ਵਿੱਚ ਜੋੜਦੀ ਹੈ ਚੀਜ਼, ਤੇ ਇੱਥੇ ਸੰਕੇਤ ਲੜ ਦਾ ਕੀ ਵਰਤਿਆ ਗਿਆ ਹੈ। ਮੈਂ ਪਰਮੇਸ਼ਰ ਨਾਲ ਸਾਂਝ ਰੱਖਣੀ ਚਾਹੁੰਦਾ ਤੇ ਲੜ ਕਿਹੜਾ ਫਰਾਂ, ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਤੇ ਪਰਮੇਸ਼ਰ ਨੂੰ ਆਪਸ ਵਿੱਚ ਜੋੜੇਗੀ। ਉਹਦਾ ਉੱਤੇ ਜ਼ਿਕਰ ਹੈ ਦਰਵੇਸ਼ੀ, ਫਕੀਰੀ, ਇਬਾਦਤ, ਬੰਦਗੀ, ਭਗਤੀ, ਸਮਰਪਣ ਭਾਵ, ਰੱਬੀ ਗੁਣਾਂ ਨੂੰ ਜੀਣਾ। ਜਿਹੜਾ ਉਹਦਾ ਸੁਭਾਅ ਹੈ ਮੇਰੇ ਮਾਲਕ ਦਾ, ਉਸ ਸੁਭਾਅ ਨੂੰ ਸਮਝ ਕੇ ਉਹਦੇ ਸੁਭਾਅ ਤੇ ਉਹਦੇ ਗੁਣਾਂ ਮੁਤਾਬਕ ਮੈਂ ਆਪਣੀ ਜ਼ਿੰਦਗੀ ਘੜ ਲਵਾਂ, ਉਹਦੀ ਮਰਜ਼ੀ ਮੁਤਾਬਕ ਚੱਲਾਂ। ਇਹ ਲੜ ਹੈ ਜਿਹੜਾ ਕਮਜ਼ੋਰ ਨਹੀਂ ਹੋਣਾ ਚਾਹੀਦਾ, ਨਹੀਂ ਤੇ ਰਿਲੇਸ਼ਨ ਕਮਜ਼ੋਰ ਹੋ ਜਾਏ। ਜੇ ਜਾਣਾ ਲੜ ਛਿਜਣਾ, ਜੇ ਮੈਨੂੰ ਪਤਾ ਹੁੰਦਾ ਮੇਰਾ ਇਹ ਲੜ ਦਰਵੇਸ਼ੀ ਵਾਲਾ ਛਿਜ ਰਿਹਾ ਹੈ, ਕਮਜ਼ੋਰ ਹੋ ਰਿਹਾ ਹੈ ਪਾਸਾ, ਆਤਮਿਕ ਜੀਵਨ ਮੇਰਾ ਵਿਕਾਰਾਂ 'ਚ ਗ੍ਰਸਤ ਹੈ, ਔਗਣਾਂ ਨੂੰ ਮੈਂ ਜੀਵਨ 'ਚ ਵਸਾ ਲਿਆ, ਇਹ ਉਹਨੂੰ ਪਸੰਦ ਨਹੀਂ, ਚੁਸਤੀਆਂ ਚਲਾਕੀਆਂ ਤੇ ਸਾਜ਼ਿਸ਼ੀ ਸੁਭਾਅ ਮੇਰੇ ਮਾਲਕ ਨੂੰ ਪਸੰਦ ਨਹੀਂ, ਤੇ ਇਹਨੂੰ ਮੈਂ ਆਪਣੇ ਜੀਵਨ 'ਚ ਵਸਾ ਕੇ ਮੈਂ ਆਪਣਾ ਰਿਲੇਸ਼ਨ, ਆਪਣੀ ਸਾਂਝ ਮਾਲਕ ਨਾਲ ਖਰਾਬ ਕਰ ਰਿਹਾ, ਪੀਡੀ ਪਾਈ ਗੰਢ। ਤਾਂ ਫਿਰ ਮੈਂ ਆਪਣੀ ਗੰਢ ਜਿਹੜੀ ਹੈ, ਜਿਹੜਾ ਉਹ ਪੱਲੇ ਵਾਲੀ ਗੰਢ ਹੁੰਦੀ ਹੈ ਨਾ, ਫਿਰ ਮੈਂ ਉਹਨੂੰ ਮਜ਼ਬੂਤ ਨਾ ਕਰ ਲੈਂਦਾ। ਪਰ ਮੈਨੂੰ ਅਹਿਸਾਸ ਹੀ ਨਹੀਂ ਨਾ ਹੋਇਆ, ਮੈਨੂੰ ਅਸਲ 'ਚ ਰੱਬ ਦੇ, ਪਰਮੇਸ਼ਰ ਦੇ, ਆਪਣੇ ਸਾਈਂ ਦੇ ਸੁਭਾਅ ਨੂੰ ਮੈਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਆਪਣੀ ਮਨਮਤ ਮੁਤਾਬਕ ਹੀ ਚੱਲਦਾ ਰਿਹਾ। ਪਰਮੇਸ਼ਰ ਗੁਰੂ ਕੀ ਚਾਹੁੰਦਾ ਹੈ, ਮੇਰਾ ਮਾਲਕ ਕੀ ਚਾਹੁੰਦਾ ਹੈ, ਮੇਰੇ ਮਾਲਕ ਨੂੰ ਕੀ ਚੰਗਾ ਲੱਗਦਾ ਹੈ, ਉਹਦਾ ਹੁਕਮ ਕੀ ਹੈ, ਉਹਦਾ ਨਿਯਮ ਕੀ ਹੈ, ਉਹਦੇ ਗੁਣ ਕੀ ਨੇ, ਬਸ ਉਹ ਮੈਨੂੰ ਚੇਤਾ ਨਹੀਂ ਰਿਹਾ। ਇਸ ਕਰਕੇ ਮਨ ਦੀ ਮਤ ਮੁਤਾਬਕ ਚੱਲਦੇ ਆ, ਮੈਂ ਇਸ ਸਾਂਝ ਨੂੰ ਕਮਜ਼ੋਰ ਕਰ ਲਿਆ। ਜੇ ਪਤਾ ਲੱਗ ਜਾਂਦਾ, ਜੇ ਮੈਂ ਸਮਝ ਪਾ ਲੈਂਦਾ ਇਸ ਗੱਲ ਦੀ, ਤੇ ਮੈਂ ਇਸ ਗੰਢ ਨੂੰ ਮਜ਼ਬੂਤ ਕਰਦਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਫਿਰ ਫਰਮਾਉਂਦੇ ਨੇ, ਤੈਂ ਜੇ ਵੱਡ ਮੈਂ ਨਾਹੇ ਕੋ, ਸਭ ਜਗ ਡਿਠਾ ਹੰਡ। ਹੇ ਮੇਰੇ ਸਾਈਂ, ਮੈਂ ਮਹਿਸੂਸ ਕਰਦਾ ਹਾਂ ਕਿ ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਮਿਲਣਾ। ਭਾਵੇਂ ਮੈਂ ਤੇਰੇ ਗੁਣਾਂ ਦੀ ਸਾਰ ਨਹੀਂ ਜਾਣੀ, ਭਾਵੇਂ ਤੇਰੇ ਨਾਲ ਸਾਂਝ ਪੱਕੀ ਕਰਨ ਦਾ ਮੈਂ ਯਤਨ ਨਹੀਂ ਕਰ ਰਿਹਾ, ਪਰ ਸੱਚਾਈ ਇਹ ਹੈ ਕਿ ਤੇਰੇ ਵਰਗਾ ਮੈਨੂੰ ਮਾਲਕ ਹੋਰ ਮਿਲ ਨਹੀਂ ਸਕਦਾ। ਤੂੰ ਹੀ ਹੈ, ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ, ਤੇਰੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਮੈਂ ਸਾਰਾ ਜਗਤ ਵੇਖਿਆ, ਡਿੱਠਾ, ਅਨੁਭਵ ਕੀਤਾ ਹੈ, ਹੰਡ ਫਿਰ ਕੇ ਵੇਖਿਆ ਹੈ, ਤੇਰੇ ਵਰਗਾ ਹੋਰ ਕੋਈ ਨਹੀਂ, ਤੇਰੇ ਵਰਗਾ ਤੂੰ ਹੀ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਇਸ ਲਈ ਆਖਦੇ ਨੇ ਫਿਰ ਕੀ ਕਰਨਾ ਚਾਹੀਦਾ, ਹੱਲ ਵੀ ਬਿਆਨ ਕਰਦੇ ਨੇ ਅਗਲੇ ਸ਼ਲੋਕ ਵਿੱਚ।
ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਹੇ ਫਰੀਦ, ਲਤੀਫ ਕਹਿੰਦੇ ਹਨ ਬਰੀਕ ਨੂੰ। ਜੇ ਤੂੰ ਬਰੀਕ ਅਕਲ ਵਾਲਾ ਹੈ, ਜੇ ਆਪਾਂ ਇੱਕ ਮੁਹਾਵਰਾ ਵਰਤਦੇ ਹਾਂ, ਜਿਹੜੇ ਬੰਦੇ ਨੂੰ ਗੱਲ ਸਮਝੀ ਨਾ ਪਵੇ, ਬਾਰ-ਬਾਰ ਯਤਨ ਕਰ, ਆਪਾਂ ਕਿਹੜਾ ਮੋਟੀ ਮੱਤ ਵਾਲਾ, ਇਹਦੇ ਨਹੀਂ ਪੈਣੀ ਖਾਨੇ। ਮੋਟਾ ਦਿਮਾਗ, ਮੋਟੀ ਮੱਤ ਆਪਾਂ ਸ਼ਬਦ ਵਰਤਦੇ। ਬਰੀਕ ਅਕਲ ਕਿਹਨੂੰ ਕਹਿੰਦੇ ਆ? ਜਿਹੜਾ ਕੇਵਲ ਸੁਣੇ ਵੀ, ਪੜ੍ਹੇ ਵੀ, ਵੇਖੇ ਵੀ, ਇਹ ਤਾਂ ਹੋ ਗਏ ਸਾਧਨ। ਪਰ ਜਿਹੜਾ ਅਹਿਸਾਸ ਕਰੇ, ਚੇਤੇ ਚ ਰੱਖਣ, ਬਰੀਕ ਅਕਲ ਕਿਹਨੂੰ ਕਹਿੰਦੇ ਨੇ? ਲਤੀਫ ਅਕਲ। ਜਿਹੜਾ ਅਹਿਸਾਸ ਵੀ ਕਰੇ, ਉਹਨੂੰ ਫੀਲ ਵੀ ਕਰਕੇ ਵੇਖੇ ਜ਼ਿੰਦਗੀ 'ਚ, ਉਹਨੂੰ ਕਹਿੰਦੇ। ਜਿਹਦੇ ਅੰਦਰ ਅਹਿਸਾਸ ਜਾਗ ਪਏ ਨਾ ਕਿਸੇ ਗੱਲ ਨਾਲ, ਉਹ ਬਰੀਕ ਅਕਲ ਵਾਲਾ। ਜਿਹੜਾ ਅਹਿਸਾਸ ਕਰ ਲਿਆ ਵੀ ਨਹੀਂ, ਇਹ ਨਹੀਂ ਹੋਣਾ ਚਾਹੀਦਾ। ਹੇ ਫਰੀਦ, ਜੇ ਤੂੰ ਬਰੀਕ ਅਕਲ ਵਾਲਾ ਹੈ, ਅਹਿਸਾਸ ਤੇਰੇ ਅੰਦਰ ਜਿਉਂਦੇ ਹਨ, ਕਾਲੇ ਲੇਖ ਨਾ ਲੇਖ। ਕਾਲੇ ਲੇਖ ਨਾ ਲਗੇ, ਪਾ ਮੰਦੇ ਅਮਲ ਨਾ ਕਮਾ। ਇਹਦਾ ਇੱਕ ਭਾਵੇ ਵੀ ਕੱਢਿਆ ਹੈ ਵੀ ਦੂਜਿਆਂ ਦੇ ਔਗਣ ਹੀ ਨਾ ਵੇਖੀ ਜਾਇਆ ਕਰ। ਦੂਜੇ ਮਨੁੱਖ ਦੀ ਜ਼ਿੰਦਗੀ ਦੀਆਂ ਕਮੀਆਂ ਹੀ ਨਾ ਛਾਣਦਾ ਰਿਹਾ ਕਰ ਹਰ ਵੇਲੇ। ਉਹ ਕਿਸੇ ਰੂਪ ਵਿੱਚ ਵੀ ਹੋਣ, ਚੁਗਲੀ ਦੇ ਰੂਪ ਵਿੱਚ ਹੋਣ, ਉਹ ਚਾਹੇ ਕਿਸੇ ਮਨੁੱਖ ਦੇ ਔਗਣ ਇਸ ਕਰਕੇ ਲੱਭਣੇ ਵੀ ਉਹ ਮਨੁੱਖ ਨੂੰ ਮੈਂ ਆਪਣੇ ਕਾਬੂ ਰੱਖ ਸਕਾਂ। 24 ਘੰਟੇ ਜੇ ਬੰਦਾ ਇਸੇ ਹੀ ਸੁਰਤ ਲਾ ਛੱਡੇ, ਇਸੇ ਕੰਮ ਤੇ ਹੀ, ਸਾਡਾ ਆਪਣਾ ਕੀ ਬਣੇਗਾ? ਉਹ ਤੇ ਜਿਹੋ ਜਿਹਾ ਹੈ, ਜਿਹਦੇ ਅਸੀਂ ਔਗਣ ਛਾਨਣੇ, ਉਹ ਤਾਂ ਹੈ ਹੀ, ਪਰ ਸਾਡੇ ਪੱਲੇ ਕੀ ਪਿਆ ਉਹਦੇ ਚੋਂ? ਫਿਰ ਕੀ ਕਰਨਾ ਚਾਹੀਦਾ ਹੈ? ਕਹਿੰਦੇ ਆਪਨੜੇ ਗਿਰੀਵਾਨ ਮਹਿ, ਸਿਰ ਨੀਵਾਂ ਕਰ ਦੇਖ। ਆਪਣੇ ਗਿਰੇਬਾਨ, ਆਪਣੀ ਗਿਰੇਬਾਨ ਕਹਿੰਦੇ ਬੁੱਕਲ 'ਚ, ਭਾਵ ਆਪਣੇ ਅੰਦਰ ਵੀ ਝਾਤ ਮਾਰ ਕੇ, ਸਿਰ ਨੀਵਾਂ ਕਰ, ਡੂੰਘਾ ਉਤਰ ਕੇ, ਆਪਣੇ ਗਿਰੇਬਾਨ ਵਿੱਚ, ਆਪਣੀ ਬੁੱਕਲ ਵਿੱਚ, ਭਾਵ ਆਪਣੇ ਹਿਰਦੇ, ਆਪਣੇ ਅੰਦਰ ਵਿੱਚ ਵੀ ਡੂੰਘਾ ਉਤਰ ਕੇ। ਨੀਵਾਂ ਕਦਾ ਭਾਵ ਹੈ ਹੰਕਾਰ ਛੱਡ ਕੇ ਨਾ ਵੀ ਮੈਂ ਵੱਡਾ, ਤੇ ਥੋੜਾ ਜਿਹਾ ਸਿਰ ਝੁਕਾ ਕੇ, ਨੀਵਾਂ ਹੋ ਕੇ, ਡੂੰਘਾ ਉਤਰ ਕੇ, ਬਰੀਕ ਅਕਲ ਨਾਲ ਅਹਿਸਾਸ ਕਰ ਆਪਣੇ ਅੰਦਰ ਦਾ ਵੀ ਤੂੰ ਅੰਦਰੋਂ ਕੀ ਹੈ। ਜਿਸ ਦਿਨ ਤੂੰ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦੇਂਗਾ, ਅੱਗੇ ਜਾ ਕੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਕਿਹਾ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਸਾਹਿਬ ਕਿਰਪਾ ਕਰਨ। ਅਗਲੇ ਸ਼ਲੋਕਾਂ ਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਸਤਿਗੁਰੂ ਮਹਾਰਾਜ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।